ਆਪਾਂ ਸੋਚਦੇ ਹਾਂ ਵੀ ਇੱਥੇ ਇਮਾਨਦਾਰੀ ਦਾ ਕੰਮ ਚੱਲ ਗਿਆ, ਸਾਰਾ ਕੁਝ ਕਹਿੰਦੇ ਵੀ ਇਮਾਨਦਾਰੀ ਨਾਲ ਹੋਊਗਾ। ਇਮਾਨਦਾਰੀ ਨਾਲ ਕੋਈ ਕਰਦਾ ਤਾਂ ਹੈ ਨਹੀਂ। ਮਾਨ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਇਹ ਜਿਵੇਂ ਤੁਸੀਂ ਵਿਜੀਲੈਂਸ ਦੇ ਦਫ਼ਤਰਾਂ 'ਚ ਜਾ ਕੇ ਰੇਡ ਕਰਵਾ ਰਹੇ ਹੋ, ਸਾਰਾ ਕੁਝ ਕਰ ਰਹੇ ਹੋ ਨਾ, ਇੱਥੇ ਵੀ ਤੁਸੀਂ ਆਪਣੇ ਬੰਦੇ ਭੇਜੋ, ਚੈੱਕ ਕਰਾਓ ਵੀ ਹਾਂ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ। ਲੋਕਾਂ ਦੀ ਤਰੀਕ ਸੀ ਪਰ ਅੱਗੇ ਆਏ ਕੋਈ ਵੀ ਨਹੀਂ ਸੀ। ਇੰਨੀ ਠੰਡ 'ਚ ਅਸੀਂ ਸਵੇਰੇ 10:30 ਵਜੇ ਨਿਕਲੇ। 2 ਮਹੀਨੇ ਹੋ ਗਏ ਗੇੜੇ ਕੱਟਦੇ ਨੂੰ, ਇੱਥੇ ਪਹਿਲਾਂ ਤਾਂ ਕੋਈ ਕੰਮ ਨਹੀਂ ਹੋਇਆ। ਹੁਣ ਮੈਂ 1 ਹਫ਼ਤੇ ਤੋਂ ਗੇੜੇ ਲਾ ਰਿਹਾ, ਹੁਣ ਇੱਥੇ ਆ ਕੇ ਪਤਾ ਲੱਗੇ ਵੀ ਹੜਤਾਲ 20 ਜੁਲਾਈ 1988 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਜਿਹੜਾ ਹੈ ਬਣਦਾ ਹੈ, ਜਿਸ ਤੋਂ ਬਾਅਦ 2018 ਨੂੰ 17 ਇਹਦੀ ਧਾਰਾ ਜੋੜ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਜ਼ਰੂਰੀ ਹੋ ਜਾਂਦਾ ਕਿ ਕਿਸ ਦੇ ਖਿਲਾਫ ਕਾਰਵਾਈ ਕਰਨੀ ਹੈ ਤੇ ਕਿਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੇ ਕਾਰਵਾਈ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ 17 ਇਹ ਧਾਰਾ ਜੋੜ ਦਿੱਤੀ ਜਾਂਦੀ ਹੈ ਤੇ ਸਿੱਧੇ ਤੌਰ ਤੇ ਸਪਸ਼ਟ ਹੋ ਜਾਂਦਾ ਕਿ ਜਿਨ੍ਹਾਂ ਵਿਅਕਤੀਆਂ ਦੇ ਖਿਲਾਫ, ਚਾਹੇ ਉਹ ਸਿਆਸਤਦਾਨ ਹੈ, ਚਾਹੇ IAS ਅਫਸਰ ਹੈ, ਚਾਹੇ PCS ਲੌਬੀ ਹੈ, ਤੇ ਉਹਨਾਂ ਦੇ ਖਿਲਾਫ ਜਦੋਂ ਕਾਰਵਾਈ ਵਿਜੀਲੈਂਸ ਨੇ ਕਰਨੀ ਹੈ ਜਾਂ ਕਿਸੇ ਨੇ ਵੀ ਕਰਨੀ ਹੈ ਤਾਂ ਉਸ ਦੀ ਪ੍ਰਵਾਨਗੀ ਲਈ ਜਾਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਕਰਕੇ ਸਰਕਾਰ ਜਿੱਥੇ ਜ਼ੀਰੋ ਟੋਲਰੈਂਸ ਨੂੰ ਲੈ ਕੇ ਚੱਲੀ ਹੋਈ ਹੈ, ਜਿੱਥੇ ਸਿਆਸਤਦਾਨਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਹੋ ਰਹੀਆਂ, ਉੱਥੇ ਵਿਜੀਲੈਂਸ ਵੱਲੋਂ IAS ਲੌਬੀ ਤੇ PCS ਲੌਬੀ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਇਸ ਕਰਕੇ ਸਰਕਾਰ ਤੇ IAS ਤੇ PCS ਅਧਿਕਾਰੀਆਂ ਦੇ ਵਿਚਾਲੇ ਵੱਡਾ ਟਕਰਾਅ ਜਿਹੜਾ ਹੈ ਉਹ ਸਾਹਮਣੇ ਨਜ਼ਰ ਆ ਰਿਹਾ, ਜਿਸ ਕਰਕੇ ਸਰਕਾਰੀ ਜਿਹੜੇ ਟਰਾਂਸਪੋਰਟ ਵਿਭਾਗ ਹੈ ਤੇ ਦੂਜੇ ਪਾਸੇ IAS PCS ਲੌਬੀ ਹੈ ਉਹ ਹੜਤਾਲ ਤੇ ਚਲੇ ਗਈ ਹੈ, ਤੇ ਜਿਸ ਨਾਲ ਕੰਮਕਾਜ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਮਿੰਨੀ ਸੈਕਟਰ ਦੇ ਵਿੱਚ ਮੌਜੂਦ ਹਾਂ, ਜਿੱਥੇ ਅਕਸਰ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਚਹਿਲ ਪਹਿਲ ਨਜ਼ਰ ਆਉਂਦੀ ਹੈ, ਜਿੱਥੇ ਲੋਕ ਅਕਸਰ ਹੀ ਕੰਮ ਕਰਾਉਣ ਲਈ ਇੱਥੇ ਪਹੁੰਚਦੇ ਆ। ਪਰੰਤੂ ਜਦੋਂ ਤੋਂ ਇਹ ਹੜਤਾਲ ਜਾਰੀ ਹੋਈ ਹੈ ਉਸ ਤੋਂ ਬਾਅਦ ਲੋਕਾਂ ਦੇ ਕੰਮਕਾਜ ਵੀ ਹੈ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਆ। ਇੱਕ ਪਾਸੇ ਤਾਂ ਸਰਕਾਰ ਜ਼ੀਰੋ ਟੋਲਰੈਂਸ ਦੇ ਤਹਿਤ ਵੱਡੀਆਂ ਕਾਰਵਾਈਆਂ ਕਰ ਰਹੀ ਹੈ, ਤੇ ਦੂਜੇ ਪਾਸੇ IAS ਤੇ PCS ਜਿਹੜੀ ਲੌਬੀ ਹੈ ਉਹ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਬੈਠ ਗਈ ਹੈ, ਕਿਉਂਕਿ IAS ਲੌਬੀ ਦੇ ਵਿੱਚ ਨੀਲਮਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ। ਕਥਿਤ ਤੌਰ ਤੇ ਜਿਹੜੇ ਪਲਾਟਾਂ ਨੂੰ ਵੇਚਣ ਨੂੰ ਲੈ ਕੇ ਜਿਹੜੇ ਹੈ ਦੋਸ਼ ਲੱਗੇ ਆ, ਤੇ ਦੂਜੇ ਪਾਸੇ ਟਰਾਂਸਪੋਰਟ ਅਧਿਕਾਰੀ ਜਿਹੜੇ PCS ਅਧਿਕਾਰੀ ਨੇ ਨਿਰਮਲ ਸਿੰਘ ਧਾਲੀਵਾਲ, ਉਹਨਾਂ ਦੇ ਖਿਲਾਫ ਜਿਹੜੀ ਹੈ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਤੇ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਲੈ ਕੇ ਸਰਕਾਰ ਤੇ IAS ਤੇ PCS ਲੌਬੀ ਦਾ ਵੱਡਾ ਟਕਰਾਅ ਜਿਹੜਾ ਸਾਹਮਣੇ ਆ ਰਿਹਾ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਕਿੰਨੇ ਕੁ ਹੱਦ ਤੱਕ ਸਮਝੌਤਾ ਕਰ ਪਾਉਂਦੀ ਹੈ, ਜਾਂ ਇਸੇ ਤਰ੍ਹਾਂ ਹੀ ਜ਼ੀਰੋ ਟੋਲਰੈਂਸ ਨੂੰ ਲੈ ਕੇ ਆਪਣੀਆਂ ਕਾਰਵਾਈਆਂ ਨੂੰ ਕਰਦੀ ਨਜ਼ਰ ਆਏਗੀ। ਮੁੱਖ ਮੰਤਰੀ ਜਿਹੜੀ ਹੈ ਫੀਡ ਲੈ ਰਿਹਾ, ਮੀਟਿੰਗਾਂ ਕਰ ਰਿਹਾ, ਤੇ ਉਹਦੇ ਵਿੱਚ IAS ਤੇ PCS ਜਿਹੜੇ ਅਧਿਕਾਰੀ ਹੈ ਉਹ ਆਪਣੇ ਦੁੱਖੜੇ ਰੋਂਦੇ ਨਜ਼ਰ ਆਉਂਦੇ ਆ, ਕਿਉਂਕਿ ਜਦੋਂ ਤੋਂ 17 ਇਹਦੀ ਧਾਰਾ ਜੁੜੀ ਹੈ ਉਹਦੇ ਵਿੱਚ ਜ਼ਰੂਰੀ ਹੋ ਜਾਂਦਾ ਕਿ ਜਦੋਂ ਤੁਸੀਂ ਕਿਸੇ ਤੇ ਕਾਰਵਾਈ ਕਰਨੀ ਹੈ ਤਾਂ ਉਸ ਦੀ ਪ੍ਰਵਾਨਗੀ ਲਈ ਜਾਣੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਇਸ ਜਿਹੜੀ ਧਾਰਾ ਦੀ ਗੱਲ ਕਰ ਰਹੇ ਹਾਂ, 17 ਇਹਦੀ ਧਾਰਾ ਦੀ ਗੱਲ ਕਰ ਰਹੇ ਹਾਂ, ਜਦੋਂ ਤੋਂ ਇਹ ਕਾਰਵਾਈ ਕਿਸੇ ਅਧਿਕਾਰੀ ਦੇ ਖਿਲਾਫ ਕਰਨੀ ਹੈ ਜਾਂ ਕਿਸੇ PCS ਅਧਿਕਾਰੀ ਦੇ ਖਿਲਾਫ ਕਰਨੀ ਹੈ ਜਾਂ IAS ਅਧਿਕਾਰੀ ਦੇ ਖਿਲਾਫ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ। ਪਰੰਤੂ ਜਿਸ ਤਰ੍ਹਾਂ ਵਿਜੀਲੈਂਸ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਉਸ ਤੋਂ ਸਪਸ਼ਟ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਨਗੀ ਨਹੀਂ ਲਈਗੀ। ਉਸ ਤੋਂ ਬਾਅਦ ਜਿਹੜੀ ਵੱਡੀ ਲੌਬੀ ਹੈ ਜਿਹੜੀ IAS ਅਧਿਕਾਰੀਆਂ ਦੀ, PCS ਅਧਿਕਾਰੀਆਂ ਦੀ, ਉਹ ਇਕਜੁੱਟ ਹੁੰਦੀ ਹੈ। ਜਿਹੜੇ IAS ਅਧਿਕਾਰੀ ਨੀਲਮਾ ਨੇ, ਉਹਨਾਂ ਦੇ ਜਿਹੜੇ ਪਤੀ ਨੇ ਅਮਿਤ ਕੁਮਾਰ ਖੁਦ IAS ਨੇ, ਤੇ ਉਹਨਾਂ ਵੱਲੋਂ ਵੀ ਜਿਹੜੀ ਕਾਲ ਜਿਹੜੀ ਹੈ ਦਿੱਤੀ ਗਈ, ਤਾਂ ਉਸ ਤੋਂ ਬਾਅਦ ਸਾਰੇ ਅਧਿਕਾਰੀ ਜਿਹੜੇ ਇਕਜੁੱਟ ਹੁੰਦੇ ਦਿਖਾਈ ਦਿੰਦੇ ਆ, ਤੇ ਇਕਜੁੱਟ ਹੋਏ ਅਧਿਕਾਰੀ ਜਿਹੜੇ ਮੁੱਖ ਮੰਤਰੀ ਕੋਲ ਜਾ ਕੇ ਆਪਣੀ ਗੱਲ ਰੱਖਦੇ ਆ। ਹੁਣ ਵੇਖਣਾ ਹੋਏਗਾ ਕਿ ਮੁੱਖ ਮੰਤਰੀ ਨਾਲ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਾਂ ਹੜਤਾਲ ਜਿਸ ਤਰ੍ਹਾਂ ਚੱਲ ਰਹੀ ਹੈ ਉਸ ਨੂੰ ਲੈ ਕੇ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ। ਟਰਾਂਸਪੋਰਟ ਵਿਭਾਗ ਹੈ, ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲੱਗਦਾ, ਕਿਉਂਕਿ ਟਰਾਂਸਪੋਰਟ ਜਿਹੜਾ ਵਿਭਾਗ ਹੈ ਉਹਦੇ ਵਿੱਚ ਕਾਫੀ ਲਾਇਸੈਂਸ ਬਣਨੇ ਹੁੰਦੇ ਆ, ਤੇ ਚਹਿਲ ਪਹਿਲ ਇਸ ਵਿਭਾਗ ਦੇ ਵਿੱਚ ਅਕਸਰ ਹੁੰਦੀ ਹੈ, ਕਿਉਂਕਿ ਦੂਰ ਦਰਾਡੇ ਤੋਂ ਲੋਕ ਜਿਹੜੇ ਆ ਇਸ ਵਿਭਾਗ ਦੇ ਵਿੱਚ ਕੰਮਕਾਜ ਲਈ ਪਹੁੰਚਦੇ ਆ। ਜਦੋਂ ਹੁਣ ਇਹ ਹੜਤਾਲ ਚੱਲ ਰਹੀ ਹੈ ਤਾਂ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ, ਸਿਰ ਸਰਕਾਰ ਦਾ ਖਜ਼ਾਨਾ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ। ਹੁਣ ਵੇਖਣਾ ਹੋਏਗਾ ਕਿ ਸਰਕਾਰ ਇਸ ਮਾਮਲੇ ਨੂੰ ਨਜਿੱਠਦੀ ਕਿੱਦਾਂ, ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ 9.5 ਮਹੀਨਿਆਂ ਦੇ ਵਿੱਚ ਅਜਿਹਾ ਕੁਝ ਕਰ ਵਿਖਾਇਆ ਜੋ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਕਿਉਂਕਿ ਵਿਜੀਲੈਂਸ ਨੇ ਉਹਨਾਂ ਫਾਈਲਾਂ ਨੂੰ ਅਜੇ ਤੱਕ ਹੱਥ ਹੀ ਨਹੀਂ ਪਾਇਆ ਸੀ। ਸਿਆਸਤ ਦੇ ਵਿੱਚ ਕਾਂਗਰਸ ਨੇ ਵੀ ਰਾਜ ਕੀਤਾ ਤੇ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ, ਪਰੰਤੂ ਵਿਜੀਲੈਂਸ ਨੇ ਜਿਸ ਤਰ੍ਹਾਂ ਫਾਈਲਾਂ ਦੇ ਵਿੱਚ ਸਾਰਾ ਕੁਝ ਦੱਬ ਕੇ ਰੱਖਿਆ ਹੋਇਆ ਸੀ, ਹੁਣ ਜਿਹੜੀ ਵਿਜੀਲੈਂਸ ਹੈ ਉਹ ਕਿਤੇ ਨਾ ਕਿਤੇ ਜਿਹੜੀ ਲਿਸਟਾਂ ਬਣਾਉਂਦੀ ਨਜ਼ਰ ਆ ਰਹੀ ਹੈ ਕਿ ਕਿੰਨਾ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨੀ ਹੈ, ਕਿਹੜੇ ਸਿਆਸਤਦਾਨ ਨੇ, ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀਆਂ ਜਿਹੜੇ ਸਰੋਤ ਇਕੱਠੇ ਹੋ ਰਹੇ ਨੇ, ਕਿਉਂਕਿ ਬਹੁਤ ਸਾਰੇ ਅਧਿਕਾਰੀਆਂ ਦੇ ਖਿਲਾਫ ਜਿਸ ਤਰ੍ਹਾਂ ਵਿਜੀਲੈਂਸ ਕਾਰਵਾਈ ਕਰ ਰਹੀ ਹੈ, ਕਿਉਂਕਿ ਆਮਦਨ ਦੇ ਸਰੋਤਾਂ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ। ਵੱਡੇ ਘਪਲੇ ਜਿਹੜੇ ਪਿਛਲੀ ਸਰਕਾਰ ਦੇ ਜਿਹੜੇ ਸਮੇਂ ਦੌਰਾਨ ਹੋਏ ਆ ਉਹਨਾਂ ਨੂੰ ਉਜਾਗਰ ਕਰਨ ਤੇ ਲੱਗੀ ਹੋਈ ਹੈ ਸਰਕਾਰ। ਪਰੰਤੂ ਜੇ IAS ਤੇ PCS ਲੌਬੀ ਜਿਹੜੀ ਹੈ ਉਹ ਪਰੇਸ਼ਾਨ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਸਿਆਸਤਦਾਨਾਂ ਦੇ ਖਿਲਾਫ ਤਾਂ ਕਾਰਵਾਈਆਂ ਹੋਣੀਆਂ ਹੀ ਹੋਣੀਆਂ,
ਤੇ ਹੋਣੀਆਂ ਵੀ ਚਾਹੀਦੀਆਂ ਨੇ ਜਿਨ੍ਹਾਂ ਨੇ ਘਪਲੇ ਕੀਤੇ ਨੇ, ਪਰੰਤੂ ਜਿਹਦੇ ਪਾਸੇ ਜਿਹੜੇ ਆਈਐਸ ਜਾਂ ਪੀਸੀਐਸ ਲੌਬੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਹੋ ਰਹੀ ਹੈ। ਪਰ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜੇ ਸਭ ਤੋਂ ਵੱਧ ਕੋਈ ਘਪਲੇ ਕਰਦਾ ਹੈ ਜਾਂ ਚੋਰ ਮੋਰੀਆਂ ਰੱਖਦਾ ਹੈ ਤਾਂ ਆਈਐਸ ਤੇ ਪੀਸੀਐਸ ਅਧਿਕਾਰੀ ਜਿਹੜੇ ਹੁੰਦੇ ਨੇ ਉਹੀ ਚੋਰ ਮੋਰੀਆਂ ਰੱਖਦੇ ਨੇ, ਜਿਸ ਕਰਕੇ ਸਿਆਸਤਦਾਨ ਵੀ ਕੁਛ ਨਾ ਕੁਛ ਉਹਦੇ ਵਿੱਚੋਂ ਛੱਕ ਜਾਂਦੇ ਨੇ। ਇਹ ਸਾਰੀ ਜਿਹੜੀ ਖੇਡ ਹੈ ਉਹ ਰਲ ਕੇ ਚੱਲਦੀ ਹੈ, ਆਈਐਸ ਅਧਿਕਾਰੀ ਤੇ ਪੀਸੀਐਸ ਅਧਿਕਾਰੀ ਤੇ ਸਿਆਸਤਦਾਨਾਂ ਦੇ ਵਿਚਾਲੇ। ਇਹ ਲੰਬੀ ਖੇਡ ਜਿਹੜੀ ਹੈ ਇਹ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਉਹਦੇ ਵਿੱਚ ਵੱਡੀਆਂ ਕਾਰਵਾਈਆਂ ਸਿਆਸਤਦਾਨਾਂ ਦੇ ਖਿਲਾਫ, ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਖਿਲਾਫ ਹੋ ਰਹੀਆਂ ਨੇ। ਪਰ ਕਿਤੇ ਨਾ ਕਿਤੇ ਇਹ ਵੇਖਣ ਵਾਲੀ ਜ਼ਰੂਰ ਗੱਲ ਹੋਏਗੀ ਕਿ ਸਰਕਾਰ ਹੁਣ ਆਈਐਸ ਤੇ ਪੀਸੀਐਸ ਅਧਿਕਾਰੀਆਂ ਦਾ ਕਿੰਨਾ ਕੁ ਪ੍ਰਭਾਵ ਮੰਨਦੀ ਹੈ ਤੇ ਇਸ ਮੀਟਿੰਗਾਂ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ। ਆਈਐਸ ਤੇ ਪੀਸੀਐਸ ਲੌਬੀ ਦੇ ਜਿਹੜੇ ਅਧਿਕਾਰੀ ਹੈ ਮੁੱਖ ਮੰਤਰੀ ਨਾਲ ਮੀਟਿੰਗਾਂ ਕਰਦੇ ਆ ਤੇ ਇਸ ਮੀਟਿੰਗਾਂ ਵਿੱਚੋਂ ਕੀ ਕੁਝ ਨਿਕਲਦਾ ਹੈ ਹੁਣ ਵੇਖਣਾ ਇਹ ਹੋਵੇਗਾ। ਇੱਕ ਪਾਸੇ ਦਾ ਸਰਕਾਰ ਦੀ ਜ਼ੀਰੋ ਟੋਲਰੈਂਸ ਵਾਲੀ ਨੀਤੀ, ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ ਉਸ ਨੂੰ ਕਿੰਨਾ ਕੁ ਸਰਕਾਰ ਜਿਹੜੀ ਹੈ ਇਹ ਹੈ ਕਿ ਇਸ ਨੂੰ ਫੇਸ ਕਰਦੀ ਹੈ, ਤੇ ਦੂਜੇ ਪਾਸੇ ਆਈਐਸ ਤੇ ਪੀਸੀਐਸ ਅਧਿਕਾਰੀਆਂ ਜਿਹੜੇ ਅਧਿਕਾਰੀ ਨੇ ਉਹ ਕਿੰਨਾ ਕੁ ਪ੍ਰਭਾਵ ਜਮਾਉਣ ਦੇ ਵਿੱਚ ਸਰਕਾਰ ਦੇ ਅੱਗੇ ਕਾਮਯਾਬ ਹੁੰਦੇ ਆ ਕਿ ਜਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਵਿਜੀਲੈਂਸ ਕਰ ਰਹੀ ਹੈ ਉਹ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ। ਆਈਐਸ ਤੇ ਪੀਸੀਐਸ ਅਧਿਕਾਰੀਆਂ ਤੇ ਸਰਕਾਰ ਦੇ ਵਿਚਾਲੇ ਜਿਸ ਤਰ੍ਹਾਂ ਦਾ ਟਕਰਾਅ ਚੱਲ ਰਿਹਾ, ਕਿਉਂਕਿ ਅਕਸਰ ਹੀ ਜਿਹੜੇ ਮਿਨੀ ਸੈਕਟਰ ਦੇ ਵਿੱਚ ਲੋਕ ਜਿਹੜੇ ਆ ਇੱਥੇ ਕੰਮ ਕਰਾਉਣ ਲਈ ਪਹੁੰਚਦੇ ਆ ਤੇ ਜਦੋਂ ਅੱਗੇ ਉਹਨਾਂ ਨੂੰ ਤਾਲਾ ਲੱਗਾ ਤਾਂ ਦਿਖਦਾ ਹੈ ਤਾਂ ਖੱਜਲ ਖੁਆਰੀ ਤਾਂ ਉਹਨਾਂ ਦੀ ਪਹਿਲਾਂ ਹੀ ਹੁੰਦੀ ਹੈ ਤੇ ਫਿਰ ਖੱਜਲ ਖੁਆਰੀ ਇਹਨਾਂ ਅਧਿਕਾਰੀਆਂ ਦੇ ਕਰਕੇ ਹੋ ਰਹੀ ਹੈ ਕਿਉਂਕਿ ਸਰਕਾਰ ਤੇ ਅਫਸਰਾਂ ਦੇ ਵਿਚਾਲੇ ਜਿਹੜਾ ਟਕਰਾਅ ਚੱਲ ਰਿਹਾ। ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਜਿਹੜੇ ਕੰਮ ਕਰਾਉਣ ਲਈ ਇੱਥੇ ਪਹੁੰਚੇ ਹੋਏ ਨੇ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਨਵਦੀਪ ਸਿੰਘ ਵਿਰਕ ਹੈ ਜੀ। ਵਿਰਕ ਸਾਹਿਬ ਕਿੱਦਾਂ ਵੇਖਦੇ ਹੋ, ਅੱਜ ਕੋਈ ਕੰਮਕਾਜ ਲਈ ਇੱਥੇ ਆਏ ਸੀ? ਹਾਂਜੀ, ਅੱਜ ਤਰੀਕ ਸੀਗੀ ਜੀ ਸਾਡੀ, ਮੇਰੇ ਰਿਸ਼ਤੇਦਾਰ ਨਾਲ ਨੇ, ਇਹਨਾਂ ਦੀ ਜ਼ਮੀਨ ਦੀ ਤਰੀਕ ਸੀ ਪਰ ਅੱਗੇ ਆਏ ਕੋਈ ਵੀ ਨਹੀਂ ਸੀ। ਇੰਨੀ ਠੰਡ 'ਚ ਅਸੀਂ ਸਵੇਰੇ 10:30 ਵਜੇ ਦੇ ਖੜੇ ਹਾਂ। ਹੁਣ ਜਦੋਂ ਤੁਸੀਂ ਇੱਥੇ ਚੈਨਲ ਵਾਲੇ ਹੋਰ ਵੀ ਆਏ ਸੀ ਉਹਨਾਂ ਨੂੰ ਦੇਖ ਕੇ ਤੇ ਉਹ ਆਪਣੇ ਆਏ ਨੇ ਉਹਨਾਂ ਦੇ ਪੀਏ ਸਾਹਿਬ ਤੇ ਸਟੈਨੋ ਸਾਹਿਬ ਤੇ ਉਹਨਾਂ ਨੇ ਹੁਣ 20 ਤਰੀਕ ਦੇ ਦਿੱਤੀ ਹੈ। ਬਹੁਤ ਪਰੇਸ਼ਾਨੀ ਹੋ ਰਹੀ ਹੈ, ਸਾਡੇ ਨਾਲ ਹੋਰ ਵੀ ਸੀਗੇ ਉਹ ਵੀ ਵਿਚਾਰੇ ਐਂ ਹੀ ਖੜ ਕੇ ਸਵੇਰ ਦੇ ਹੁਣ ਤਰੀਕਾਂ ਦਿੱਤੀਆਂ। ਸਰਕਾਰ ਦੇ ਵਿੱਚ ਕੋਈ ਫਰਕ ਨਜ਼ਰ ਆ ਰਿਹਾ ਕਿਉਂਕਿ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ, ਸਰਕਾਰ ਕਹਿੰਦੀ ਹੈ ਕਿ ਅਸੀਂ 9 ਮਹੀਨਿਆਂ ਜੋ ਕੁਝ ਕਰ ਵਿਖਾਇਆ ਜੋ ਪਹਿਲੀਆਂ ਸਰਕਾਰਾਂ ਕਰ ਨਹੀਂ ਸਕੀਆਂ। ਹੁਣ ਸਰਕਾਰ ਤੇ ਪੀਸੀਐਸ ਤੇ ਆਈਐਸ ਅਧਿਕਾਰੀਆਂ ਦੇ ਵਿਚਾਲੇ ਨਾ ਟਾਈ ਫਸ ਗਈ ਭ੍ਰਿਸ਼ਟਾਚਾਰ ਨੂੰ ਲੈ ਕੇ। ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟ ਜਿਹੜੇ ਬੰਦੇ ਨੇ ਉਹਨਾਂ ਨੂੰ ਫੜਨਾ ਹੈ ਤੇ ਖਜ਼ਾਨਾ ਭਰਨਾ ਹੈ, ਤੇ ਦੂਜੇ ਪਾਸੇ ਜਿਹੜੀ ਆਈਐਸ ਤੇ ਪੀਸੀਐਸ ਲੌਬੀ ਹੈ ਜਦੋਂ ਹੁਣ ਉਹਨਾਂ ਦੇ ਖਿਲਾਫ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਨਹੀਂ ਦੇਖੋ, ਚਲੋ ਸਾਰੇ ਹੀ ਕਹਿੰਦੇ ਆ ਵੀ ਭ੍ਰਿਸ਼ਟਾਚਾਰ ਤੇ ਖਤਮ ਹੋਣਾ ਚਾਹੀਦਾ, ਪਰ ਲੋਕਾਂ ਨੂੰ ਤੇ ਤੰਗੀ ਪਰੇਸ਼ਾਨੀ ਨਹੀਂ ਨਾ ਹੋਣੀ ਚਾਹੀਦੀ। ਇਸ ਪਾਸੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ। ਦੇਖੋ ਸਾਰੇ ਜ਼ਿਮੀਂਦਾਰ ਆਪਣਾ ਕੰਮਕਾਰ ਛੱਡ ਕੇ ਸਵੇਰ ਦੇ ਖੜੇ ਨੇ। ਅੱਜ ਉਮੀਦ ਸੀ ਵੀ ਸਾਡਾ ਕੇਸ ਅੱਜ ਨਿਬੜ ਜਾਏਗਾ, ਪਹਿਲਾਂ ਤੇ ਤਰੀਕਾਂ ਪਈ ਜਾਂਦੀਆਂ ਨੇ। ਜੇ ਕੋਈ ਉਮੀਦ ਹੁੰਦੀ ਤੇ ਅੱਗੇ ਸਟ੍ਰਾਈਕ ਕਦੀ ਪਟਵਾਰੀਆਂ ਦੀ ਚੱਲ ਜਾਂਦੀ, ਜੇ ਕਿਤੇ ਰਜਿਸਟਰੀ ਕਰਾਉਣ ਜਾਂਦੇ ਆ ਜੀ ਅੱਜ ਪਟਵਾਰੀਆਂ ਦੀ ਸਟ੍ਰਾਈਕ ਹੈ, ਤਹਿਸੀਲਦਾਰਾਂ ਦੀ ਹੁੰਦੀ ਹੈ ਜੀ। ਪਰ ਇਹੋ ਜਿਹਾ ਕੰਮ ਤੇ ਅੱਗੇ ਅਸੀਂ ਕਦੀ ਨਹੀਂ ਸੀ ਦੇਖਿਆ ਵੀ ਕਦੀ ਮਤਲਬ ਕੰਮ ਠੱਪ ਹੋਇਆ ਹੋਵੇ, ਪਹਿਲਾਂ ਕਦੇ ਇਦਾਂ ਨਹੀਂ ਰਿਹਾ। ਨਹੀਂ, ਇਸ ਤਰ੍ਹਾਂ ਇੰਨਾ ਨਹੀਂ ਸੀ ਵੀ ਕਦੀ ਆਈਏਐਸ ਆਫੀਸਰ ਵੀ ਕਦੀ ਸਟ੍ਰਾਈਕ ਤੇ ਚਲੇ ਜਾਣੇ। ਤੇ ਮੈਂ ਆਪਣੀ ਜ਼ਿੰਦਗੀ 'ਚ ਤੇ ਮੈਂ ਸ਼ਾਇਦ ਪਹਿਲੀ ਵਾਰੀ ਦੇਖ ਰਿਹਾ। ਮਤਲਬ ਜਿਹਾ ਤੁਸੀਂ ਪਹਿਲੀ ਵਾਰ ਵੇਖ ਰਹੇ ਹੋ, ਪਹਿਲੀਆਂ ਸਰਕਾਰਾਂ ਦੇ ਵਿੱਚ ਭਾਵੇਂ ਹੜਤਾਲਾਂ ਹੁੰਦੀਆਂ ਨੇ ਜੋ ਕੁਝ ਹੁੰਦਾ ਹੈ, ਪਰੰਤੂ ਜਿਹੜੀ ਅਫਸਰ ਲੌਬੀ ਹੈ ਇਦਾਂ ਤਾਲੇ ਮਾਰ ਕੇ ਨਹੀਂ ਚਲੇ ਜਾਂਦੀ। ਨਹੀਂ, ਇਸ ਤਰ੍ਹਾਂ ਅੱਗੇ ਕਦੀ ਨਹੀਂ ਦੇਖਿਆ ਮੈਂ ਤੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ ਵੀ ਆਫੀਸਰ ਹੀ ਵੀ ਸਟ੍ਰਾਈਕ ਤੇ ਚਲੇ ਜਾਣੇ। ਸਰ ਕਿਸ ਤਰ੍ਹਾਂ ਅੱਜ ਪੁੱਜੇ ਇੱਥੇ? ਸਰ ਮੈਂ ਨਾ ਜੀ ਆਪਣੀ ਕਾਰ ਦੀ ਆਰਸੀ ਬਾਰੇ ਆਇਆ ਸੀਗਾ ਬਲੌਕ ਲਿਸਟ ਕਰਾਉਣ ਵਾਸਤੇ, ਤੇ ਮੈਂ ਪਹਿਲੇ 11ਵੇਂ ਮਹੀਨੇ 'ਚ ਤੁਸੀਂ ਦੇਖ ਸਕਦੇ ਹੋ ਜੀ, ਮੈਂ 11ਵੇਂ ਮਹੀਨੇ 'ਚ ਐਪਲੀਕੇਸ਼ਨ ਦਿੱਤੀ ਸੀਗੀ। 11ਵੇਂ ਮਹੀਨੇ 'ਚ ਹੁਣ ਪਹਿਲਾ ਮਹੀਨਾ ਚੱਲ ਗਿਆ ਜੀ, ਮੈਨੂੰ 2 ਮਹੀਨੇ ਹੋ ਗਏ ਗੇੜੇ ਕੱਟਦੇ ਨੂੰ। ਇੱਥੇ ਪਹਿਲਾਂ ਤਾਂ ਕੋਈ ਕੰਮ ਨਹੀਂ ਹੋਇਆ, ਹੁਣ ਮੈਂ 1 ਹਫ਼ਤੇ ਤੋਂ ਗੇੜੇ ਲਾ ਰਿਹਾ। ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਹੜਤਾਲ ਚੱਲ ਰਹੀ ਹੈ। ਠੀਕ ਹੈ ਜੀ, ਕੋਈ ਇੱਥੇ ਸੁਣਵਾਈ ਨਹੀਂ, ਕੋਈ ਲਿਖਤੀ ਕੋਈ ਨਹੀਂ ਲਿਖਿਆ ਨਹੀਂ ਹੋਇਆ, ਕੋਈ ਲਿਖ ਕੇ ਨਹੀਂ ਲਾਇਆ ਹੋਇਆ ਵੀ ਹਾਂ ਪਬਲਿਕ ਨੂੰ ਪਤਾ ਲੱਗੇ ਵੀ ਅੱਜ ਛੁੱਟੀ ਹੈ, ਕੋਈ ਹੜਤਾਲ ਚੱਲ ਰਹੀ ਹੈ ਵੀ ਅੱਜ ਨਹੀਂ। ਮੈਂ ਬਨੂੜ ਤੋਂ ਆਇਆ ਜੀ, 60 ਕਿਲੋਮੀਟਰ ਸਫ਼ਰ ਕੱਢ ਕੇ ਆਇਆ ਜੀ। ਮੈਨੂੰ ਅੱਜ ਮੇਰਾ ਚੌਥਾ ਗੇੜਾ ਜੀ, ਇੱਥੇ 4 ਗੇੜੇ ਹੋ ਗਏ ਮੇਰੇ ਹੁਣ। ਠੀਕ ਹੈ ਜੀ, ਹੁਣ ਇਹ ਕਹਿੰਦੇ ਸੋਮਵਾਰ ਆਓ ਜੀ। ਹੜਤਾਲ ਤਾਂ ਹੁਣ 14 ਤਰੀਕ ਤੱਕ ਅਨਾਉਂਸ ਹੋ ਗਈ, ਅਖਬਾਰਾਂ ਦੇ ਵਿੱਚ ਵੀ ਆ ਗਿਆ। ਲੱਗਦਾ ਕਿ ਸਰਕਾਰ ਤੇ ਅਫਸਰਾਂ ਦੇ ਵਿਚਾਲੇ ਜਿਸ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ, ਇਸ ਤੋਂ ਪਹਿਲਾਂ ਕਿਤੇ ਅਜਿਹੀ ਲੜਾਈ ਦੇਖਣ ਨੂੰ ਮਿਲੀ ਕਦੇ? ਮੈਂ ਸਰ ਹੜਤਾਲ ਦੀ ਗੱਲ ਕਰਦਾ। ਹੜਤਾਲ ਮੰਨ ਲਓ 4 ਦਿਨ ਤੋਂ ਹੜਤਾਲ ਚੱਲ ਰਹੀ ਹੈ, ਪਰ ਮੇਰੀ ਐਪਲੀਕੇਸ਼ਨ ਦੇਖੋ ਤੁਸੀਂ, 11ਵੇਂ ਮਹੀਨੇ ਦੀ ਐਪਲੀਕੇਸ਼ਨ ਦਿੱਤੀ ਹੋਈ ਹੈ। ਹੁਣ ਤਾਂ ਅਫਸਰ ਵੀ ਕਹਿ ਦੇਣਗੇ ਅਸੀਂ ਹੜਤਾਲ 'ਤੇ ਜੀ। 11ਵੇਂ ਮਹੀਨੇ ਤੋਂ 11 12 2 ਮਹੀਨੇ ਲੰਘ ਗਏ। 2 ਮਹੀਨੇ ਦੀ ਹੜਤਾਲ ਤੇ 2 ਮਹੀਨੇ ਤਾਂ ਨਹੀਂ ਹੜਤਾਲ ਤੇ ਸੀਗੇ, 2 ਮਹੀਨੇ 'ਚ ਤਾਂ ਕੰਮ ਹੋ ਸਕਦਾ ਸੀਗਾ। ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦਾ ਕੰਮਕਾਜ ਚੱਲ ਰਿਹਾ, ਲੱਗਦਾ ਕਿ ਜਿਹੜੇ ਲੋਕ ਇੱਥੇ ਕੰਮ ਕਰਾਉਣ ਆਉਂਦੇ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਖੱਜਲ ਖੁਆਰੀ ਹੋ ਸਕਦੀ? ਜੇ ਤੁਹਾਡੀ 2 ਮਹੀਨੇ ਹੋ ਗਏ ਐਪਲੀਕੇਸ਼ਨ ਦੇ ਉੱਤੇ ਕੰਮ ਨਹੀਂ ਹੋ ਰਿਹਾ ਤੇ ਹੋਰ ਕੰਮ ਕਿਸ ਤਰ੍ਹਾਂ ਹੁੰਦੇ ਹੋਣਗੇ? ਸਰ ਕੋਈ ਕੰਮ ਨਹੀਂ ਹੋ ਰਿਹਾ ਜੀ। ਦੇਖੋ
ਮਾਨ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਇਹ ਜਿਵੇਂ ਤੁਸੀਂ ਵਿਜੀਲੈਂਸ ਦੇ ਦਫ਼ਤਰਾਂ 'ਚ ਜਾ ਕੇ ਰੇਡ ਪਰਵਾ ਰਹੇ ਹੋ, ਸਾਰਾ ਕੁਝ ਕਰ ਰਹੇ ਹੋ ਨਾ, ਇੱਥੇ ਵੀ ਤੁਸੀਂ ਆਪਣੇ ਬੰਦੇ ਭੇਜੋ, ਚੈੱਕ ਕਰਾਓ ਵੀ ਹਾਂ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ, ਲੋਕਾਂ ਦੀ ਮੁਸ਼ਕਲਾਂ ਦਾ ਪੁੱਛੋ ਵੀ ਹਾਂ ਕੀ ਮੁਸ਼ਕਲ ਆ ਰਹੀ ਹੈ, ਕੀ ਸਭ ਕੁਝ ਹੋ ਰਿਹਾ। ਤੁਸੀਂ ਕਹਿ ਦਿੰਦੇ ਹੋ ਆਹ ਕਰ ਦਿਓ ਉਹ ਕਰ ਦਿਓ। ਹੁਣ ਦੱਸੋ ਜੀ, ਮੈਂ 2 ਮਹੀਨੇ ਤੋਂ ਪਰੇਸ਼ਾਨ ਹੋ ਰਿਹਾ, ਮੈਨੂੰ ਮੈਂ ਕਿੱਥੇ ਜਾਵਾਂ, ਕਿਹੜੇ ਪਾਸੇ ਜਾਵਾਂ? ਇਹ ਕੰਮ ਕਰਨਾ ਕਿੰਨੇ ਸੀ ਜੀ? ਇਹ ਐਸਡੀਐਮ ਸਾਹਿਬ ਨੇ ਕਰਨਾ ਜੀ। ਪਰ ਉਹ ਨਹੀਂ ਬੈਠ ਰਹੇ ਥੇ। ਉਹ ਬੈਠ ਨਹੀਂ ਰਹੀ ਜੀ। ਮੈਂ 2 ਵਾਰੀ ਗੇੜੇ ਕੱਢ ਚੁੱਕਾ, ਨਾ ਤਾਂ ਉਹ ਛੁੱਟੀ ਦੀ ਐਪਲੀਕੇਸ਼ਨ ਲਾਉਂਦੇ ਇੱਥੇ ਵੀ ਕੋਈ ਛੁੱਟੀ ਦਾ ਪਤਾ ਲੱਗੇ, ਨੋਟਿਸ ਬੋਰਡ ਤੇ ਵੀ ਅੱਜ ਆਣਾ ਨਹੀਂ ਹੈਗਾ, ਉਹਨੇ ਛੁੱਟੀ ਹੈ। 2 ਵਾਰੀ ਮੈਂ ਪਹਿਲਾਂ 3 ਵਾਰ ਆ ਚੁੱਕਿਆ, ਉਰੇ ਪੀਏ ਕੋਲ ਬੈਠਾ ਰਹਿੰਦਾ ਜੀ, 2 ਵਜੇ ਪਤਾ ਲੱਗਦਾ ਅੱਜ ਤਾਂ ਆਣਾ ਨਹੀਂ ਜੀ, ਅੱਜ ਫਲਾਣੀ ਜਗ੍ਹਾ ਮੀਟਿੰਗ ਹੈ। ਪਤਾ ਲੱਗੇ ਵੀ ਪਬਲਿਕ ਨੂੰ ਵੀ ਪਤਾ ਲੱਗੇ, ਨੋਟਿਸ ਬੋਰਡ ਤੇ ਬਾਹਰ ਲਾਣ ਵੀ ਅੱਜ ਅਫਸਰ ਛੁੱਟੀ ਤੇ ਹੈ, ਕੋਈ ਬਈ ਆਉਂਗੇ ਤੁਸੀਂ ਸਵੇਰੇ ਹੀ, ਬੰਦਾ ਮੁੜ ਜਾਂਦਾ, ਕੋਈ ਹੋਰ ਵੀ ਕੰਮ ਕਰਦਾ। ਮੈਂ ਆਪਣਾ ਕੰਮਕਾਰ ਛੱਡ ਕੇ, ਬੱਚੇ ਮੇਰੇ ਨਾਲ ਹੈ ਜੀ, ਮੈਂ ਸਪੈਸ਼ਲ ਆਇਆ ਇੱਥੇ ਕੰਮ ਕਰਾਉਣ, ਹੁਣ ਆ ਕੇ ਪਤਾ ਲੱਗਿਆ ਇੱਥੇ ਹੜਤਾਲ ਹੈ ਜੀ। ਤੇ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਤੁਹਾਡੇ ਕੰਮਕਾਜ ਨਹੀਂ ਹੋ ਰਹੇ, ਲੋਕਾਂ ਦੇ ਕੰਮਕਾਜ ਨਹੀਂ ਹੋ ਰਹੇ, ਕਿ ਪਹਿਲਾਂ ਦੀ ਸਰਕਾਰਾਂ ਠੀਕ ਸੀ ਕਿ ਹੁਣ ਇਹਦੀ ਸਰਕਾਰ ਠੀਕ ਹੈ? ਪਹਿਲੀ ਸਰਕਾਰਾਂ 'ਚ ਚਲੋ ਆਪਾਂ ਇਹ ਕਹਿੰਦੇ ਹਾਂ ਨਾ ਜੀ, ਪਹਿਲੀ ਸਰਕਾਰਾਂ 'ਚ ਕੰਮ ਹੁੰਦੇ ਸੀਗੇ, ਕਿਸੇ ਵੀ ਢੰਗ ਨਾਲ ਹੁੰਦੇ ਸੀਗੇ, ਹੋ ਜਾਂਦੇ ਸੀਗੇ ਹੈ ਨਾ। ਹੁਣ ਆਪਾਂ ਸੋਚਦੇ ਹਾਂ ਵੀ ਇੱਥੇ ਇਮਾਨਦਾਰੀ ਦਾ ਕੰਮ ਚੱਲ ਗਿਆ, ਸਾਰਾ ਕੁਝ ਕਹਿੰਦੇ ਵੀ ਇਮਾਨਦਾਰੀ ਨਾਲ ਹੋਊਗਾ। ਇਮਾਨਦਾਰੀ ਨਾਲ ਕੋਈ ਕਰਦਾ ਤਾਂ ਹੈ ਨਹੀਂ ਜੀ, ਕਿਤੋਂ ਕਰਵਾਵਾਂਗੇ ਇਮਾਨਦਾਰੀ ਨਾਲ ਦੱਸੋ? ਇਹਦੇ ਨਾਲੋਂ ਤਾਂ ਚੰਗਾ ਪਹਿਲੇ ਠੀਕ ਸੀਗੇ ਜੀ, ਕੰਮ ਤਾਂ ਹੋ ਜਾਂਦਾ ਸੀਗਾ। ਵੀ ਕੋਈ ਆਫੀਸਰ ਨਹੀਂ, ਕੋਈ ਕੁਛ ਨਹੀਂ ਇੱਥੇ। ਇਹ ਸਨ ਜਿਹੜੇ ਇੱਥੇ ਲੋਕ ਜਿਹੜੇ ਕੰਮ ਕਰਵਾਉਣ ਆਉਂਦੇ ਆ, ਜਦੋਂ ਤਾਂ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਜਿਹੜਾ ਹੈ ਕਰਨਾ ਪੈ ਰਿਹਾ। ਇਹਨਾਂ ਨੇ ਕਿਹਾ ਕਿ ਸਰਕਾਰ ਨੇ ਜਿਹੜੇ ਕੰਮ ਜਾਂ ਜਿਹੜੀ ਕਾਰਵਾਈ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਹੈ ਕਰਨੀ ਚਾਹੀਦੀ ਹੈ, ਪਰੰਤੂ ਜਦੋਂ ਉਹ ਕੰਮ ਕਰਾਉਣ ਲਈ ਮਿਨੀ ਸੈਕਟਰ 'ਚ ਪਹੁੰਚਦੇ ਜਾਂ ਸਰਕਾਰੀ ਅਦਾਰਿਆਂ 'ਚ ਪਹੁੰਚ ਕਰਦੇ ਆ ਤਾਂ ਅੱਗੋਂ ਤਾਲੇ ਲੱਗੇ ਹੁੰਦੇ ਆ, ਤੇ ਜਿੱਥੇ ਖੱਜਲ ਖੁਆਰੀ ਹੋ ਰਹੀ ਹੈ ਉਤੋਂ ਠੰਡ ਦਾ ਕਹਿਰ ਹੈ, ਤੇ ਦੂਜੇ ਪਾਸੇ ਸਰਕਾਰ ਤੇ ਪੀਸੀਸੀ ਲੋਬੀ ਵਿਚਾਲੇ ਜਿਸ ਤਰ੍ਹਾਂ ਦਾ ਟਕਰਾਅ ਚੱਲ ਰਿਹਾ ਹੈ, ਉਸ ਨੂੰ ਲੈ ਕੇ ਵੀ ਜਿਹੜਾ ਕਿਤੇ ਨਾ ਕਿਤੇ ਇਹ ਪਰੇਸ਼ਾਨੀ ਜਿਹੜੀ ਹੈ ਇਹਨਾਂ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਕੈਮਰਾਮੈਨ ਅਮਰਿਕੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਸਾ ਟੀਵੀ, ਪਟਿਆਲਾ।